प्यारे विद्यार्थियों सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। हाँ बेटा तो ਆਪਾਂ ਨਵੋਦਿਆ ਪ੍ਰੀਖਿਆ ਦੀ ਤਿਆਰੀ ਦੇ ਲਈ ਕੰਮ ਕਰਦੇ ਪਏ ਆ ਪਿਛਲੇ ਕੁਝ ਦਿਨਾਂ ਤੋਂ। ਤਾਂ ਸਾਡੇ ਪੂਰਵ ਰਾਸ਼ਟਰਪਤੀ ਡਾਕਟਰ APJ ਕਲਾਮ ਕੀ ਕਹਿੰਦੇ ਸੀਗੇ ਵੀ ਜਿਹੜਾ ਮਨੁੱਖ ਸੁਪਨੇ ਲੈਂਦਾ, ਸੁਪਨੇ ਲੈ ਕੇ ਨਿਰੰਤਰ ਉਹਦੇ ਉੱਤੇ ਕੰਮ ਕਰਦਾ ਹੈ, ਕਹਿੰਦੇ ਸਾਰੀ ਕਾਇਨਾਤ ਦਾ ਜਰਰਾ ਜਰਰਾ ਉਹਦੀ ਇੱਛਾ ਪੂਰਤੀ ਦੇ ਲਈ ਯਤਨਸ਼ੀਲ हो जाता है। सो बेटा निरंतरता का सीक्रेट दसिया सीगा भी जदों असीं निरंतर किसी चीज़ ते फोकस कर दिंदे हां फिर असीं इकल्ले नहीं हुंदे, सारी कायनात साडी मदद दे उत्ते उतर आंदी है। सो इस करके बेटा असीं रोज़ दी रोज़ लगातार अभ्यास करांगे तो फिर असीं कामयाबी दीयां पौड़ियां चढ़ते जावांगे। सो बेटा निरंतरता बनाई रखनी है। तो इसे निरंतरता दे तहत बेटा प्रैक्टिस ਆਪਾਂ ਪੂਰਨ ਅੰਕਾਂ ਤੇ ਕਿਰਿਆਵਾਂ ਦੇ ਪ੍ਰੈਕਟਿਸ ਸੈੱਟ 2 ਦੇ ਬਾਰੇ ਗੱਲ ਕਰਦੇ ਪਏ ਸੀਗੇ। ਕੱਲ ਆਪਾਂ 10 ਤੱਕ ਸਵਾਲ ਕਰ ਲਏ ਸੀਗੇ ਬੇਟਾ, ਤਾਂ ਅੱਜ ਆਪਾਂ 11ਵਾਂ ਸਵਾਲ ਕਰਨ ਲੱਗੇ ਆਂ। ਠੀਕ ਹੈ, 11 ਨੰਬਰ ਸਵਾਲ ਦੇ ਵਿੱਚ ਬੇਟਾ ਕੀ ਕਹਿੰਦਾ ਪਿਆ, ਕਹਿੰਦਾ 6 0 ਅਤੇ 5 ਨਾਲ ਬਣੀ 3 ਅੰਕਾਂ ਦੀ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਸੰਖਿਆ ਦਾ ਜੋੜ। 6 0 5 ਨਾਲ 3 ਅੰਕਾਂ ਦੀ ਬਣੀ ਸਭ ਤੋਂ ਵੱਡੀ ਸੰਖਿਆ। ਸਭ ਤੋਂ ਵੱਡੀ ਸੰਖਿਆ ਬੇਟਾ ਇਹ ਬਣੂਗੀ, ਸਭ ਤੋਂ ਵੱਡੀ ਸੰਖਿਆ ਦੇ ਵਿੱਚ ਖੱਬੇ ਪਾਸੇ, ਠੀਕ ਆ, ਵੱਡੇ ਸਥਾਨ ਤੇ ਸਭ ਤੋਂ ਵੱਡਾ ਅੰਕ 6, ਫਿਰ ਉਦੋਂ ਛੋਟਾ 5, ਫਿਰ ਉਦੋਂ ਛੋਟੀ 0। ਵੱਡੀ ਤੋਂ ਵੱਡੀ ਸੰਖਿਆ 650 ਬਣ ਗਈ। ਹੁਣ ਬੇਟਾ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈਗੀ ਆ, ਅਸੀਂ ਇਧਰਲੇ ਪਾਸੇ 0 ਨਹੀਂ ਲੈ ਸਕਦੇ ਕਿਉਂਕਿ ਜਦੋਂ ਕਿਸੇ ਸੰਖਿਆ ਦੇ ਖੱਬੇ ਪਾਸੇ 0 ਆ ਜਾਂਦੀ ਹੈ ਤਾਂ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ। ਹਾਂ, ਸੱਜੇ ਪਾਸੇ 0 ਦੀ ਵੈਲਿਊ ਹੈਗੀ ਆ। ਠੀਕ ਹੈ ਬੇਟਾ, ਤਾਂ ਫਿਰ ਸਭ ਤੋਂ ਪਹਿਲਾਂ ਜਿਹੜਾ 0 ਤੋਂ ਬਾਅਦ ਦੇ ਵਿੱਚ 5 ਆਉਂਦਾ ਪਿਆ ਹੈ ਨਾ, ਛੋਟਾ ਅੰਕ ਆ ਜਿਹੜਾ 6 ਦਾ ਵੱਡਾ ਆ, ਕਿਉਂਕਿ ਆਪਾਂ ਇਧਰੋਂ ਛੋਟੇ ਅੰਕ ਤੋਂ ਸ਼ੁਰੂ ਕਰਨਾ ਹੁੰਦਾ 5, ਉਹਦੇ ਤੋਂ ਬਾਅਦ ਦੇ ਵਿੱਚ 2 ਨੰਬਰ ਤੇ 0 ਤੇ ਫਿਰ ਅਸੀਂ ਲਿਖ ਦਾਂਗੇ 6। ਤਾਂ ਬੇਟਾ ਇਹ ਵੱਡੀ ਤੋਂ ਵੱਡੀ ਸੰਖਿਆ ਹੋਗੀ, ਇਹ ਛੋਟੀ ਤੋਂ ਛੋਟੀ ਸੰਖਿਆ ਹੋਗੀ। ਇਹਨਾਂ ਦਾ ਜੋੜਫਲ 6 ਦੇ 6, 5 ਦੇ 5, 6 ਤੇ 5 11, ਤਿੰਨਾਂ ਤੋਂ ਬਾਅਦ ਕੌਮਾ 1156 ਜਿਹੜਾ ਹੈਗਾ ਇਹਦਾ ਉੱਤਰ ਆ ਗਿਆ। ਪਹਿਲਾ ਹੀ ਆਨਸਰ ਆ ਇਹਦਾ। ਠੀਕ ਹੈ, ਅੱਗੇ ਬੇਟਾ ਆਪਾਂ 12 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਕਹਿੰਦਾ ਨਿਮਨ ਵਿੱਚੋਂ 8 ਨਾਲ ਵੰਡੀ ਜਾਣ ਵਾਲੀ ਸਭ ਤੋਂ ਛੋਟੀ ਸੰਖਿਆ ਪਤਾ ਕਰੋ। ਤਾਂ 12 ਨੰਬਰ ਸਵਾਲ ਦੇ ਵਿੱਚ ਕੀ ਪੁੱਛਦਾ ਪਿਆ ਬੇਟਾ, ਇੰਨੇ ਕੁਝ ਰਕਮਾਂ ਦਿੱਤੀਆਂ ਹੋਈਆਂ। ਕਹਿੰਦਾ 216, ਉਹਦੇ ਤੋਂ ਬਾਅਦ ਦੇ ਵਿੱਚ ਦਿੰਦਾ ਪਿਆ 204, ਠੀਕ ਆ, ਫਿਰ ਦਿੱਤਾ 220, ਫਿਰ ਦਿੱਤਾ ਉਹਨੇ 256। ਤਾਂ ਬੇਟਾ ਨਾਲੇ ਕਹਿੰਦਾ 8 ਨਾਲ ਵੰਡੀ ਜਾਂਦੀ ਹੋਵੇ, ਨਾਲੇ ਛੋਟੀ, ਸਭ ਤੋਂ ਛੋਟੀ ਸੰਖਿਆ। ਤਾਂ ਬੇਟਾ ਆਪਾਂ ਦੇਖਾਂਗੇ ਸਭ ਤੋਂ ਛੋਟੀ ਸੰਖਿਆ 8 ਦਾ ਪਹਿਲਾਂ ਤਾਂ ਸਾਨੂੰ ਡਿਵੀਜ਼ੀਬਿਲਟੀ ਟੈਸਟ ਆਉਣਾ ਚਾਹੀਦਾ। 8 ਦੀ ਭਾਜ ਯੋਗਤਾ ਕੀ ਹੁੰਦੀ ਹੈ ਨਾ। ਤਾਂ ਇਕਾਈ, ਦਹਾਈ ਤੇ ਸੈਂਕੜਾ ਸਥਾਨ ਤੋਂ ਜਿਹੜੀ ਸੈਂਕੜੇ ਸਥਾਨ ਦੇ ਅੰਕਾਂ ਤੋਂ ਜਿਹੜੀ ਸੰਖਿਆ ਬਣਦੀ, ਜੇਕਰ ਉਹ 8 ਨਾਲ ਪੂਰੀ ਵੰਡੀ ਜਾਂਦੀ ਤਾਂ ਸਾਰੀ ਸੰਖਿਆ 8 ਦੇ ਨਾਲ ਪੂਰੀ ਵੰਡੀ ਜਾਂਦੀ ਹੈ। ਠੀਕ ਹੈ ਬੇਟਾ, ਤਾਂ ਹੁਣ ਨਾਲ ਦੀ ਨਾਲ ਉਹਨੇ ਇਹ ਵੀ ਕਹਿ ਦਿੱਤਾ ਵੀ ਸਭ ਤੋਂ ਛੋਟੀ ਵੀ ਦੱਸਣੀ ਹੈ ਨਾ। ਤੇ ਆਪਾਂ ਸਭ ਤੋਂ ਛੋਟੀ ਜਿਹੜੀ ਹੈਗੀ ਆ ਉਹ ਇਹਨਾਂ 'ਚ ਕਿਹੜੀ ਹੈਗੀ ਆ, 204। ਆਪਾਂ ਕੋਸ਼ਿਸ਼ ਸਭ ਤੋਂ ਛੋਟੀ ਤੋਂ ਹੀ ਕਰਦੇ ਕਿਉਂਕਿ ਆਪਣਾ ਟਾਈਮ ਬਚੂਗਾ। ਠੀਕ, ਤਾਂ ਇਹਨੂੰ ਬੇਟਾ ਆਪਾਂ ਮੂੰਹ ਜਵਾਨੀ ਕਰਾਂਗੇ। 8 ਦੂਣੀ 16 ਤੇ 4 ਬਾਕੀ ਹੈ, 4 ਹੀ 4 44, 8 5 40, ਇਹ ਤਾਂ ਕੱਟੀ ਨਹੀਂ ਜਾਂਦੀ। ਠੀਕ ਹੈ, ਇਹ 8 ਤੇ ਪੂਰੀ ਜਾਊਗੀ ਨਹੀਂ ਇਹ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 204 ਤੋਂ ਬਾਅਦ 216 ਆ ਗਈ। ਆਪਾਂ ਇਹਨੂੰ ਕਰਕੇ ਦੇਖਾਂਗੇ। ਤਾਂ 8 ਦੂਣੀ 16, 5 21 ਤੇ 5 ਤੇ 6 56 ਬਣ ਗਏ, 8 7 56। ਤਾਂ ਬੇਟਾ ਆਹ 216 ਜਿਹੜੀ ਸੰਖਿਆ ਸਾਡਾ ਉੱਤਰ ਆ ਜੂਗੀ। ਹਾਂ ਬੇਟਾ, ਹੁਣ ਆਪਾਂ 13 ਨੰਬਰ ਸਵਾਲ ਤੇ ਪਹੁੰਚ ਗਏ। ਤਾਂ 13 ਨੰਬਰ ਸਵਾਲ ਦੇ ਵਿੱਚ ਬੇਟਾ ਉਹ ਕੀ ਕਹਿੰਦਾ ਪਿਆ, 18 ਤੋਂ ਹੇਠਾਂ ਟਾਂਕ ਸੰਖਿਆਵਾਂ ਦਾ ਜੋੜ ਕਿੰਨਾ ਹੋਊਗਾ। 18 ਤੋਂ ਹੇਠਾਂ ਤਾਂ ਬੇਟਾ ਆਪਾਂ ਦੇਖਾਂਗੇ 18 ਤੋਂ ਥੱਲੇ ਟਾਂਕ ਸੰਖਿਆਵਾਂ ਕਿਹੜੀਆਂ ਬਣਦੀਆਂ, 1 3 5 7 9 11 13 15 17। ਇਹਦੇ ਬੇਟਾ ਹੁਣ 2 ਢੰਗ ਹੈ। ਇੱਕ ਢੰਗ ਆ ਵੀ ਅਸੀਂ ਸਾਰੀਆਂ ਸੰਖਿਆਵਾਂ ਜੋੜ ਲਈਏ। ਇੱਕ ਮੈਂ ਤੁਹਾਨੂੰ ਡਿਵੀਜ਼ੀਬਿਲਟੀ ਦਾ ਢੰਗ ਦੱਸਿਆ ਸੀਗਾ ਵੀ ਜੇਕਰ ਸਾਨੂੰ ਪਤਾ ਹੋਵੇ ਲਗਾਤਾਰ ਕਿੰਨੀਆਂ ਟਾਂਕ ਸੰਖਿਆਵਾਂ ਬਣਦੀਆਂ ਪਈਆਂ ਤੇ ਅਸੀਂ ਉਹਦਾ ਸਕੇਅਰ ਕਰ ਦਿੰਦੇ ਹਾਂ, ਫਿਰ ਵੀ ਸਾਡੇ ਕੋਲੇ ਉੱਤਰ ਆ ਜਾਂਦਾ। ਤਾਂ ਆਪਾਂ ਗਿਣਦੇ ਹਾਂ 1 2 3 4 5 6 7 8 9। ਤਾਂ ਟਾਂਕ ਸੰਖਿਆਵਾਂ ਦੇ ਜੋੜ ਦਾ ਕੀ ਫਾਰਮੂਲਾ ਸੀਗਾ, ਟਾਂਕ ਸੰਖਿਆਵਾਂ ਬਰਾਬਰੇ n ਦੀ ਪਾਵਰ 2 ਜਾਂ n ਹੁੰਦਾ ਕਿੰਨੀਆਂ ਟਾਂਕ ਸੰਖਿਆਵਾਂ। ਠੀਕ ਆ, ਉਹਦੀ ਗਿਣਤੀ ਹੈ n ਦਾ ਮਤਲਬ। ਤਾਂ 9 ਹੈਗੀਆਂ ਬੇਟਾ, ਤਾਂ 9 ਗੁਣਾ 9
ਇਹਦਾ ਉੱਤਰ ਆ ਜਾਊਗਾ 81। ਜੇਕਰ ਤੁਸੀਂ ਇਹਨੂੰ ਲੜੀਵਾਰ ਜੋੜ ਕੇ ਵੀ ਦੇਖੋਗੇ ਤਾਂ ਵੀ 81 ਆਊਗਾ, ਜਾਂ ਤੁਸੀਂ ਸਿੱਧਾ ਫਾਰਮੂਲੇ ਨਾਲ ਕਰ ਲਓ। ਫਾਰਮੂਲਾ ਚੇਤੇ ਰੱਖੋਗੇ ਤਾਂ ਸੌਖੇ ਰਹੋਗੇ, ਸਮਾਂ ਬਚ ਜਾਊਗਾ। ਬੇਟਾ ਤਾਂ ਹੁਣ ਆਪਾਂ 14 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਠੀਕ ਹੈ, ਇਹ ਇੱਕ ਗੱਲ ਹੋਰ ਆ ਬੇਟਾ, ਜਿਵੇਂ ਜਿਵੇਂ ਅਭਿਆਸ ਕਰੋਗੇ ਸਵਾਲਾਂ ਦੇ ਵਿੱਚੋਂ ਦੀ ਲੰਘੋਗੇ ਨਾ, ਤੁਹਾਨੂੰ ਹੋਰ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਕਵਰ ਹੁੰਦੇ ਜਾਣਗੇ। ਤਾਂ ਹੀ ਮੈਂ ਇਹਨੂੰ ਡਿਟੇਲ ਦੇ ਵਿੱਚ ਦੱਸਦਾ ਵੀ ਇੱਕ ਸਵਾਲ ਦੇ ਨਾਲ 4-4 ਸਵਾਲ ਤੁਹਾਡੇ ਕਵਰ ਹੁੰਦੇ ਜਾਣ, ਤਾਂ ਜੋ ਈਜ਼ੀਲੀ ਤੁਸੀਂ ਪੇਪਰ ਹੈ ਇਹਨੂੰ ਕੱਢ ਜਾਓ। ਠੀਕ ਹੈ, ਤਾਂ 11 ਤੋਂ ਹੇਠਾਂ ਦੀਆਂ ਸਾਰੀਆਂ ਜਿਸਤ ਸੰਖਿਆਵਾਂ ਦਾ ਜੋੜ ਹੋਵੇਗਾ। ਤਾਂ ਬੇਟਾ 11 ਤੋਂ ਹੇਠਾਂ ਕਿਹੜੀਆਂ ਜਿਸਤ ਸੰਖਿਆਵਾਂ? 2 4 6 8 10। ਠੀਕ ਹੈ, ਇਹਦੇ ਦੋ ਢੰਗ ਆ ਪੁੱਤ, ਜਾਂ ਤਾਂ ਇਹਨੂੰ ਜੋੜ ਲਓ ਤੁਸੀਂ ਸਾਰੇ ਨੂੰ, ਠੀਕ ਹੈ, ਨਹੀਂ ਤਾਂ ਜੇ ਵੱਧ ਆ ਗਈਆਂ ਤਾਂ ਫਿਰ ਤੁਹਾਨੂੰ ਜੋੜਨਾ ਔਖਾ ਹੋ ਜੂ। ਫਿਰ ਤੁਸੀਂ ਫਾਰਮੂਲਾ ਵੀ ਲਾ ਸਕਦੇ ਆ, n × n + 1। ਇੱਥੇ n ਦਾ ਮਤਲਬ ਕਿੰਨੀਆਂ ਸੰਖਿਆਵਾਂ ਆ ਇਹ ਜਿਸਤ ਸੰਖਿਆਵਾਂ? 1 2 3 4 5। ਤਾਂ ਇਹ ਆ ਗਿਆ ਬੇਟਾ 5 × 5 = 1। ਆਪਾਂ ਬ੍ਰੈਕਟ ਬੌਡਮਾਸ ਰੂਲ ਦੇ ਨਾਲ ਹੱਲ ਕਰ ਲਾਂਗੇ। 5 × 6 = 30। ਜਾਂ ਤਾਂ ਬੇਟਾ ਇਸ ਢੰਗ ਨਾਲ ਕਰ ਲਓ, ਜਾਂ ਤੁਸੀਂ ਸਿੱਧਾ ਇਹਨੂੰ ਜੋੜ ਲਓ ਤਾਂ ਵੀ 30 ਹੀ ਆਊਗਾ। ਠੀਕ ਹੈ, ਤਾਂ ਇਹ ਮੈਥਡ ਹੈਗਾ ਹੈ, ਤੁਹਾਨੂੰ ਦੱਸ ਦਿੱਤਾ। ਅੱਗੇ ਬੇਟਾ ਆਪਾਂ ਗੱਲ ਕਰਦੇ ਹਾਂ 15 ਨੰਬਰ ਸਵਾਲ ਦੀ। ਤਾਂ 15 ਨੰਬਰ ਸਵਾਲ ਦੇ ਵਿੱਚ ਬੇਟਾ ਉਹ ਕੀ ਪੁੱਛਦਾ ਪਿਆ, ਕਹਿੰਦਾ 21 ਤੋਂ 25 ਦੀਆਂ ਲਗਾਤਾਰ ਸਾਰੀਆਂ ਸੰਖਿਆਵਾਂ ਦਾ ਯੋਗਫਲ ਹੋਵੇਗਾ। 21 ਤੋਂ 25 ਦੀਆਂ, ਤੇ 21 ਤੋਂ 25 ਬੇਟਾ 15 ਨੰਬਰ ਸਵਾਲ ਇਹ ਸਿੱਧਾ ਜੋੜ ਹੀ ਆ। 21 22 23 24 25 5 4 9 3 12 2 14 1 15 1 ਤੇ 2 3 2 5 2 7 2 9 ਤੇ 2 11 115 ਸਾਡੇ ਕੋਲੇ ਉੱਤਰ ਆ ਗਿਆ ਬੇਟਾ। ਹਾਂ ਬੇਟਾ, ਤਾਂ ਹੁਣ ਆਪਾਂ 16 ਨੰਬਰ ਸਵਾਲ ਤੇ ਆ ਗਏ। ਇਹਦੇ ਵਿੱਚ ਕੀ ਕਹਿੰਦਾ ਪਿਆ? ਕਹਿੰਦਾ ਦੋ ਸੰਖਿਆਵਾਂ ਦਾ ਜੋੜ ਅਤੇ ਅੰਤਰ ਕ੍ਰਮਵਾਰ 40 ਅਤੇ 8 ਹੈ। ਜੋੜ ਕਹਿੰਦਾ ਪਿਆ 40 ਤੇ ਅੰਤਰ ਕੀ ਕਹਿੰਦਾ ਪਿਆ? 8 ਆ। ਤਾਂ ਕਹਿੰਦਾ ਵੀ ਇਹ 8 ਆ, ਤਾਂ ਛੋਟੀ ਸੰਖਿਆ ਕੀ ਹੋਊਗੀ? ਛੋਟੀ ਸੰਖਿਆ ਕੀ ਹੋਊਗੀ ਬੇਟਾ? ਤਾਂ ਇਹਦੇ ਵਿੱਚ ਬੇਟਾ ਆਪਾਂ ਹਿੱਟ ਐਂਡ ਟਰਾਇਲ ਜਿਹੜੇ 4 ਸਾਨੂੰ ਦਿੱਤੇ ਹੋਏ ਆ, ਆਨਸਰ ਇਹਨੇ 10 18 12 ਤੇ 16। ਹੁਣ ਉਹ ਕਹਿੰਦਾ ਪਿਆ ਛੋਟੀ ਸੰਖਿਆ ਕੀ ਹੋਊਗੀ, ਹੈ ਨਾ? ਤਾਂ ਜੋੜ 40 ਆ, ਹੈ ਨਾ? ਜੇਕਰ ਮੰਨ ਲਓ ਛੋਟੀ ਸੰਖਿਆ ਆਪਾਂ 10 ਮੰਨ ਲੈਂਦੇ ਆ, ਹਿੱਟ ਐਂਡ ਟਰਾਇਲ ਆਪਾਂ ਟਰਾਈ ਕਰਦੇ, ਇਹਨੂੰ ਉੱਤਰ ਮੰਨ ਲਿਆ ਤੇ ਆਪਾਂ ਟਰਾਈ ਕਰਕੇ ਦੇਖਦੇ ਆ। ਤਾਂ ਇਹਦਾ ਮਤਲਬ ਜੋੜ 40 ਆ, ਇੱਕ ਸੰਖਿਆ 10 ਤੇ ਦੂਜੀ 30 ਹੋਗੀ। ਫਿਰ ਇਹਨਾਂ ਦਾ ਅੰਤਰ ਨਹੀਂ 8 ਬਣਦਾ ਪਿਆ, ਹੈ ਨਾ? ਇਹ ਨਹੀਂ ਬਣ ਸਕਦੀ। ਠੀਕ ਹੈ, ਫਿਰ ਆ ਦੂਜੀ ਸੰਖਿਆ ਆਪਾਂ ਇਹਨੂੰ ਹਿੱਟ ਕਰਦੇ ਆ ਵੀ 18, ਤੇ ਕਹਿੰਦਾ ਜੋੜ 40 ਆ ਇਹਨਾਂ ਦਾ, ਇਹਦਾ ਮਤਲਬ ਦੂਜੀ ਸੰਖਿਆ 22 ਹੋਗੀ। ਤਾਂ ਇਹਨਾਂ ਦਾ ਅੰਤਰ 4 ਬਣ ਜਾਂਦਾ, ਜਦੋਂ ਕਿ ਅੰਤਰ 8 ਹੈ। ਇਹ ਵੀ ਸੰਖਿਆ ਫਿੱਟ ਨਹੀਂ ਬੈਂਦੀ ਪਈ ਸਾਡੇ ਕੋਲੇ। ਫਿਰ ਆਪਾਂ ਇਹਨੂੰ ਲੈ ਲੈਂਦੇ ਆ ਵੀ ਜੋੜ 40 ਹੈ, ਇਹਦਾ ਮਤਲਬ ਇੱਕ ਸੰਖਿਆ 12 ਹੋਗੀ ਤੇ ਦੂਜੀ 28 ਹੋਗੀ ਬੇਟਾ। 12 ਤੇ 28 ਦਾ ਜੋੜ ਤਾਂ 40 ਬਣਦਾ, ਪਰ ਅੰਤਰ 8 ਨਹੀਂ ਬਣਦਾ ਪਿਆ, ਇਸ ਕਰਕੇ ਇਹ ਵੀ ਨਹੀਂ ਬਣਦੀ। ਹੁਣ ਆਹੀ ਬਚ ਗਿਆ ਸਾਡੇ ਕੋਲੇ। ਜੇਕਰ ਇੱਕ ਸੰਖਿਆ 16 ਤਾਂ ਦੂਜੀ ਸੰਖਿਆ 24 ਹੋਊਗੀ, ਕਿਉਂਕਿ ਜੋੜ 40 ਬਣਦਾ ਹੈ। ਦੂਜੀ ਸੰਖਿਆ 24, ਇਹਦੇ ਚ ਦੇਖੋ ਇਹਨਾਂ ਦਾ ਜੋੜ ਵੀ 40 ਬਣਦਾ ਪਿਆ ਤੇ ਇਹਨਾਂ ਦਾ ਅੰਤਰ ਵੀ 8 ਬਣਦਾ ਪਿਆ, ਇਸ ਕਰਕੇ 16 ਸਾਡੇ ਕੋਲੇ ਉੱਤਰ ਆ ਜਾਊਗਾ। ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਗੱਲ ਕਰਦੇ ਹਾਂ 17 ਨੰਬਰ ਦੀ। ਤਾਂ 17 ਨੰਬਰ ਸਵਾਲ ਦੇ ਵਿੱਚ 1 ਤੋਂ 100 ਤੱਕ 3 ਅਤੇ 7 ਨਾਲ ਵੰਡੀਆਂ ਜਾਣ ਵਾਲੀਆਂ ਸੰਖਿਆਵਾਂ ਦੀ ਗਿਣਤੀ ਦੱਸੋ। ਤਾਂ 17 ਨੰਬਰ ਸਵਾਲ ਆਪਾਂ ਇੱਥੇ ਲਿਖਦੇ ਹਾਂ ਵੀ ਫਿਰ ਸੁਣ ਲਓ ਕੀ ਕਹਿੰਦਾ ਪਿਆ। ਕਹਿੰਦਾ 1 ਤੋਂ 100 ਤੱਕ 3 ਅਤੇ 7 ਨਾਲ ਵੰਡੀਆਂ ਜਾਣ ਵਾਲੀਆਂ ਸੰਖਿਆਵਾਂ ਦੀ ਗਿਣਤੀ। 3 ਅਤੇ 7 ਦੋਵਾਂ ਦੇ ਉੱਤੇ ਜਿਹੜੀ ਸੰਖਿਆਵਾਂ ਵੰਡੀਆਂ ਜਾਂਦੀਆਂ ਬੇਟਾ, ਇਹਦੇ 'ਚ 3 ਤੇ 7 ਦਾ ਅਸੀਂ ਲਘੁੱਤਮ ਲੈ ਲੈਂਦੇ ਹਾਂ। 3 ਤੇ 7 ਦਾ ਲਘੁੱਤਮ LCM ਆ ਜਾਂਦਾ 21। ਅੱਗੇ LCM ਦਾ ਟੌਪਿਕ ਆਊਗਾ, ਉੱਥੇ ਲਘੁੱਤਮ ਤੇ ਡਿਟੇਲ ਗੱਲ ਕਰਾਂਗੇ। ਹੁਣ 1 ਤੋਂ 100 ਤੱਕ ਆਪਾਂ ਦੇਖ ਲਾਂਗੇ 21 ਦਾ ਪਹਾੜਾ ਕਿੰਨੀ ਵਾਰੀ ਜਾਂਦਾ। ਇੱਕ ਤਾਂ ਸੰਖਿਆ 21 ਹੋਊਗੀ, ਫਿਰ 21 ਦਾ ਟੇਬਲ 42, 21 ਤੇ 63, 21 ਚੌਕ 84। ਤਾਂ 21 ਚੌਕ 84 ਇਹਦਾ ਮਤਲਬ 4 ਸੰਖਿਆਵਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ 3 ਅਤੇ 7 ਦੋਵਾਂ ਦੇ ਉੱਤੇ ਵੰਡੀਆਂ ਜਾਂਦੀਆਂ ਆ। ਠੀਕ ਹੈ ਬੇਟਾ, ਤਾਂ ਇੱਥੇ ਬੇਟਾ ਕੋਈ ਵੀ ਆਪਸ਼ਨ ਦਿੱਤੀ ਨਹੀਂ ਹੋਈ। ਐਕਚੁਅਲੀ ਇਹਦਾ ਆਨਸਰ 4 ਹੀ ਬਣਦਾ ਹੈ। 3 ਤੇ 7 ਜਿਹੜੀਆਂ ਇਹਦੇ ਤੇ ਵੰਡੀਆਂ ਜਾਂਦੀਆਂ ਆ। ਹਾਂ ਬੇਟਾ,
ਤਾਂ ਹੁਣ ਆਪਾਂ 18 ਨੰਬਰ ਸਵਾਲ ਤੇ ਪਹੁੰਚ ਗਏ। ਉਹ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੱਸੋ ਜਿਹੜੀ 8 ਤੇ ਪੂਰੀ ਪੂਰੀ ਵੰਡੀ ਜਾਂਦੀ ਹੈ। ਤਾਂ ਬੇਟਾ ਇਹਦੇ ਵਿੱਚ ਉਹਨੇ ਸੰਖਿਆਵਾਂ ਦਿੱਤੀਆਂ 99,992, ਉਹਦੇ ਤੋਂ ਬਾਅਦ ਦੇ ਵਿੱਚ 99,984, ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 90,000, ਫਿਰ ਉਹਨੇ ਦਿੱਤੀ ਹੈ 10,000। ਤਾਂ ਬੇਟਾ ਹੁਣ ਆਪਾਂ ਇੱਥੇ ਦੇਖਾਂਗੇ ਵੀ ਕਿਹੜੀ ਸੰਖਿਆ ਜਿਹੜੀ ਹੈਗੀ ਆ ਉਹ ਇਹਨਾਂ ਦੇ ਜਿਹੜੀ ਹੈਗੀ ਆ 8 ਦੇ ਉੱਤੇ ਪੂਰੀ ਪੂਰੀ ਵੰਡੀ ਜਾਂਦੀ ਹੈ। ਨਾਲ ਦੀ ਨਾਲ ਉਹਨੇ ਇਹ ਵੀ ਕਹਿ ਦਿੱਤਾ ਵੀ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੱਸਣੀ ਆਪਾਂ, ਠੀਕ ਹੈ। ਤਾਂ ਵੱਡੀ ਤੋਂ ਵੱਡੀ ਸੰਖਿਆ ਬੇਟਾ ਇੱਥੇ ਸਾਡੇ ਕੋਲੇ ਆਹੀ 99,992 ਆ। ਆਪਾਂ ਇੱਥੋਂ ਹੀ ਚੈੱਕ ਕਰਕੇ ਦੇਖਾਂਗੇ। ਤਾਂ ਸਾਨੂੰ ਪਤਾ 8 ਤੇ ਉਹ ਸੰਖਿਆ ਵੰਡੀ ਜਾਂਦੀ ਜਿਹਦੇ 3 ਆਖਰੀ ਅੰਕ 8 ਤੇ ਪੂਰੇ ਪੂਰੇ ਵੰਡੇ ਜਾਣਾ। ਆਪਾਂ ਮੂੰਹ ਜ਼ਬਾਨੀ ਬੇਟਾ ਇਹਨੂੰ ਕਰਕੇ ਦੇਖਾਂਗੇ। 8 ਏਕਮ 8, 1 ਬਚ ਗਿਆ 19, 8 ਦੂਣੀ 16, 3 ਬਚ ਗਏ, 3 ਤੇ 2 32, 8 ਚੌਕਾ 32। ਇਹਦਾ ਮਤਲਬ ਬੇਟਾ ਆਹੀ ਵੱਡੀ ਤੋਂ ਵੱਡੀ ਸੰਖਿਆ ਤੇ ਇਹ 8 ਤੇ ਪੂਰੀ ਪੂਰੀ ਵੰਡੀ ਜਾਂਦੀ ਆ। ਫਸਟ ਵਨ ਹੀ ਸਾਡਾ ਆਨਸਰ ਹੋ ਜਾਊਗਾ। ਇਹ ਬੇਟਾ ਮੂੰਹ ਜ਼ਬਾਨੀ ਭਾਗ ਕਰਨ ਦਾ ਅਭਿਆਸ ਤੁਹਾਡਾ ਹੋਣਾ ਚਾਹੀਦਾ, ਨਹੀਂ ਤਾਂ ਤੁਹਾਨੂੰ ਇਹ ਭਾਗ ਕਰਕੇ ਦੇਖਣੀ ਪਊਗੀ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 19 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਕਹਿੰਦਾ ਚੋਣਾਂ ਦੌਰਾਨ ਹਰਨਾਮ ਸਿੰਘ ਨੇ 2,52,130 ਵੋਟਾਂ ਪ੍ਰਾਪਤ ਕੀਤੀਆਂ। 2,52,130 ਵੋਟਾਂ ਪ੍ਰਾਪਤ ਕੀਤੀਆਂ ਤੇ ਗੁਰਨਾਮ ਸਿੰਘ ਨੇ 1,13,717 ਵੋਟਾਂ ਪ੍ਰਾਪਤ ਕੀਤੀਆਂ। ਹਰਨਾਮ ਸਿੰਘ ਨੇ ਕਿੰਨੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ? ਤਾਂ ਬੇਟਾ ਗੁਰਨਾਮ ਸਿੰਘ ਨੇ 1,13,717 ਵੋਟਾਂ ਪ੍ਰਾਪਤ ਕੀਤੀਆਂ। ਇਹਨਾਂ ਨੂੰ ਬੇਟਾ ਘਟਾਓ ਕਰ ਦਾਂਗੇ, ਉਨਾ ਹੀ ਸਾਡਾ ਉੱਤਰ ਆ ਜਾਊਗਾ। ਉਨੀਆਂ ਵੋਟਾਂ ਦੇ ਨਾਲ ਉਹਨੇ ਜਿੱਤ ਪ੍ਰਾਪਤ ਕੀਤੀ। ਤਾਂ 10 ਚੋਂ 7 ਗਏ 3, 2 ਚੋਂ 1 ਗਏ 1, 11 ਚੋਂ 7 ਗਏ 4, 11 ਚੋਂ 3 ਗਏ 8 ਤੇ 4 ਚੋਂ 1 ਗਏ 3, 2 ਚੋਂ 1 ਗਏ 1। ਤਾਂ ਬੇਟਾ 1 2 3, 3 ਤੋਂ ਬਾਅਦ ਕੋਮਾ, ਫਿਰ 2 ਤੋਂ ਬਾਅਦ ਕੋਮਾ। ਤਾਂ ਆਪਾਂ ਪੜਾਂਗੇ 1,38,413 ਜਿਹੜਾ ਹੈਗਾ ਸਾਡਾ ਸੈਕਿੰਡ ਵਨ ਉੱਤਰ ਆ ਜਾਊਗਾ, ਠੀਕ ਹੈ ਬੇਟਾ। ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 20 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਆਪਾਂ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ 3 ਨਾਲ ਵੰਡੀ ਜਾਂਦੀ ਹੈ? ਤਾਂ ਬੇਟਾ 20 ਨੰਬਰ ਸਵਾਲ ਦੇ ਵਿੱਚ ਉਹਨੇ ਦਿੱਤਾ 2,572, ਫਿਰ ਦਿੱਤਾ 3,411, ਤਾਂ ਫਿਰ ਦਿੱਤਾ 2,732 ਤੇ 3,521। ਕਿਹੜੀ ਸੰਖਿਆ ਕਹਿੰਦਾ 3 ਦੇ ਨਾਲ ਪੂਰੀ ਪੂਰੀ ਵੰਡੀ ਜਾਂਦੀ ਹੈ? ਤਾਂ ਬੇਟਾ ਸਾਨੂੰ 3 ਦੀ ਭਾਜ ਯੋਗਤਾ ਟੈਸਟ ਦੀ ਆਪਾਂ ਵੀਡੀਓ ਵੀ ਪਾਈ ਸੀ ਡਿਟੇਲ ਦੇ ਵਿੱਚ। ਤਾਂ ਸੰਖਿਆ ਦੇ ਅੰਕਾਂ ਦਾ ਜੋੜ 3 ਤੇ ਜੇਕਰ ਪੂਰਾ ਪੂਰਾ ਵੰਡਿਆ ਜਾਂਦਾ ਤਾਂ ਸਾਰੀ ਸੰਖਿਆ 3 ਤੇ ਵੰਡੀ ਜਾਊਗੀ। ਆਪਾਂ ਅੰਕਾਂ ਦਾ ਜੋੜ ਕਰਾਂਗੇ 5 2 7, 7 7 14 ਤੇ 2 16। 16 3 ਤੇ ਨਹੀਂ ਵੰਡੇ ਜਾਂਦੇ, ਇਹ ਸੰਖਿਆ ਨਹੀਂ ਵੰਡੀ ਜਾਊਗੀ। 4 ਤੇ 3 7, 1 8 ਤੇ 1 9। ਆਹ ਸੰਖਿਆ ਬੇਟਾ ਅੰਕਾਂ ਦਾ ਜੋੜਫਲ 9 ਆ। ਇਹ 3 ਦੇ ਉੱਤੇ ਪੂਰੀ ਪੂਰੀ ਵੰਡੀ ਜਾਊਗੀ। ਸੋ ਬੇਟਾ ਇਹਦੇ ਨਾਲ ਹੀ ਸਾਡੇ ਇਸ ਸੈੱਟ ਦੇ 10 ਸਵਾਲ ਪੂਰੇ ਹੋ ਗਏ। ਸੋ ਬੇਟਾ ਮੈਂ ਫਿਰ ਤੁਹਾਨੂੰ ਦੱਸ ਦੇਵਾਂ ਵੀ ਨਿਰੰਤਰਤਾ ਹੀ ਸੀਕ੍ਰੇਟ ਹੈ, ਨਿਰੰਤਰਤਾ ਹੀ ਰਹੱਸ ਹੈ, ਨਿਰੰਤਰਤਾ ਹੀ ਸਫਲਤਾ ਦੀ ਕੁੰਜੀ ਹੈ। ਬੇਟਾ ਨਿਰੰਤਰ ਮਿਹਨਤ ਕਰਦੇ ਜਾਓਗੇ ਤਾਂ ਤੁਹਾਨੂੰ ਇਹ ਗੱਲਾਂ, ਇਹ ਸਵਾਲ ਬਹੁਤ ਆਸਾਨ ਲੱਗਣ ਲੱਗ ਪੈਣਗੇ। ਸੋ ਬੇਟਾ ਇਹ ਵੀਡੀਓ ਦੇਖ ਕੇ ਤੁਸੀਂ ਜੋ ਰੱਬ ਰੂਪੀ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ।